ਸਿਮਰਨਜੀਤ ਸਿੰਘ ਮਾਨ ਆਏ ਜੀ 2 ਮਹੀਨਾ ਪਹਿਲਾਂ ਆਏ ਸੀ, ਪਰ ਇੱਧਰ ਹੀ ਐਜੂਕੇਸ਼ਨ ਵੱਲੋਂ ਉਹਨਾਂ ਨੂੰ ਨਾ ਅੰਦਰ ਆਉਣ ਦੀ ਪਰਮਿਸ਼ਨ ਦਿੱਤੀ ਗਈ। ਰਾਹੁਲ ਗਾਂਧੀ ਹੁਣ ਆ ਰਹੇ ਨੇ, ਪਰਮਿਸ਼ਨ ਇਹਨਾਂ ਨੂੰ ਕਿਹਨੇ ਦਿੱਤੀ? ਇਸੇ ਹੀ ਜਗ੍ਹਾ ਦੇ ਉੱਤੇ ਪਾਣੀ ਵਾਲੀਆਂ ਤੋਪਾਂ ਔਰ ਇੱਥੇ ਕੰਟੀਲੀਆਂ ਤਾਰਾਂ ਤੇ ਬੈਰੀਕੇਡਿੰਗ ਲਗਾ ਦਿੱਤੀ ਸੀ ਸਿਮਰਨਜੀਤ ਸਿੰਘ ਮਾਨ ਦੇ ਵੇਲੇ। ਮੈਨੂੰ ਇਹ ਨਹੀਂ ਸਮਝ ਆ ਰਹੀ ਹੈ ਦੋਹਰੇ ਮਾਪਦੰਡ ਕਿਉਂ? ਜਦੋਂ ਬੀਜੇਪੀ ਤੁਹਾਡੇ ਕੋਲ ਵੋਟ ਮੰਗਣ ਆਏਗੀ ਤੁਸੀਂ ਪਰਮਿਸ਼ਨ ਪੁੱਛੋਗੇ ਕਿਉਂ ਨਾ? ਅਸੀਂ ਤੇ ਵੋਟ ਪਾਉਣ ਤੋਂ ਪਹਿਲੇ ਪੁੱਛਾਂਗੇ ਕਿ ਸਾਡੇ ਲਈ ਕੀਤਾ ਕੀ, ਸਾਡੇ ਨੌਜਵਾਨਾਂ ਲਈ ਕੀ ਕੀਤਾ, ਸਾਡੇ ਇੱਧਰ ਦੇ ਲੋਕਾਂ ਲਈ ਕੀ ਕੀਤਾ। ਲੈਂਡ ਦਾ ਇੱਕ ਆਰਡਰ ਕੱਢਿਆ ਕਿ ਜੋ ਲੋਕਾਂ ਨੇ 47 ਤੋਂ ਲੋਕ ਗਰੀਬ ਲੋਕ ਜੋ ਜ਼ਮੀਨਾਂ ਬਾਹਰ ਉਹਨਾਂ ਨੂੰ ਵਾਰ ਕੀਤਾ ਜਾ ਰਿਹਾ ਹੈ। जब लोगों ने संघर्ष किया था 1 साल तक, उस सड़कों पर डटे रहे थे, अपनी शहादतें दी थी वहां, और कानून वापस करने पड़े। ये है लोकतंत्र और ये है लोगों की ताकत। इनका माइंडसेट यही था कि 370 हटाएंगे, हम इनकी जमीनों पर कब्जा करेंगे, हम यहाँ के रिसोर्सेज को लूटेंगे। जंगलों को काट कर यहाँ इंडस्ट्रियलिस्टों को रेड कार्पेट बिछाया है उनके लिए, उनको सौंप रहे हैं 50% सब्सिडी पर। भक्तों को बोलें कि आप भक्ति करते रहिए, आपका जो मानसिक संतुलन है वो बिगड़ेगा, दिन ब दिन सुधरेगा। ਅੱਜ ਤੋਂ ਕੋਈ 2-3 ਮਹੀਨੇ ਪਹਿਲੇ ਇਸੇ ਹੀ ਚੌਂਕ ਦੇ ਵਿੱਚ ਇਸੇ ਹੀ ਜਗ੍ਹਾ ਦੇ ਉੱਤੇ ਇੱਕ ਸਿੱਖ ਆਗੂ ਆਂਦਾ ਜਿਹੜਾ ਲੋਕ ਸਭਾ ਮੈਂਬਰ ਹੈ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ। ਉਹ ਇਸ ਜਗ੍ਹਾ ਤੇ ਆਂਦਾ ਹੈ ਔਰ ਇਸ ਜਗ੍ਹਾ ਦੇ ਉੱਤੇ ਉਹਨੂੰ ਅੱਗੇ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਇੱਥੋਂ ਦੀ ਜਿਹੜੀ ਹਕੂਮਤ ਹੈ ਉਹਨੂੰ ਰੋਕ ਲੈਂਦੀ ਹੈ ਔਰ ਸਿਮਰਨਜੀਤ ਸਿੰਘ ਮਾਨ ਇਸ ਜਗ੍ਹਾ ਧਰਨਾ ਲੈ ਕੇ ਬੈਠ ਜਾਂਦੇ ਨੇ ਔਰ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਜੰਮੂ ਕਸ਼ਮੀਰ ਜਾਣ ਦੀ। ਔਰ ਅੱਜ ਰਾਹੁਲ ਗਾਂਧੀ ਆ ਰਹੇ ਨੇ, ਤਾਂ ਵੇਖੋ ਸਵਾਗਤ ਦੀਆਂ ਤਿਆਰੀਆਂ ਨੇ। ਪੁਲਿਸ ਵੀ ਉਹੀ ਹੈ, ਪ੍ਰਸ਼ਾਸਨ ਵੀ ਉਹੀ ਹੈ, ਜਗ੍ਹਾ ਵੀ ਉਹੀ ਹੈ, ਪਰ ਚਿਹਰਾ ਬਦਲ ਗਿਆ। ਉਹ ਅਸੀਂ ਜਾਣਦੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨਜੀਤ ਸਿੰਘ ਮਾਨ ਆਏ ਸੀ ਇੱਥੇ ਜੀ 2 ਮਹੀਨਾ ਪਹਿਲਾਂ ਆਏ ਸੀ, ਪਰ ਇੱਧਰ ਹੀ ਐਜੂਕੇਸ਼ਨ ਵੱਲੋਂ ਉਹਨਾਂ ਨੂੰ ਨਾ ਅੰਦਰ ਆਉਣ ਦੀ ਪਰਮਿਸ਼ਨ ਦਿੱਤੀ ਗਈ ਤੇ ਉਹਦਾ ਜੋ ਕੇਸ ਸੀ ਉਹ ਡਿਸਟ੍ਰਿਕਟ ਕੋਰਟ ਵਿੱਚ ਵੀ ਲਾਇਆ ਗਿਆ। ਪਰ ਜੋ ਇੱਧਰ ਦੀ ਹਕੂਮਤਾਂ ਸਨ ਉਹਨਾਂ ਨੇ ਉਸ ਚੀਜ਼ ਨੂੰ ਚੈਲੰਜ ਕੀਤਾ ਤੇ ਉਹਨਾਂ ਦੀ ਜਿਹੜੀ ਪਰਮਿਸ਼ਨ ਸੀ ਦਰਕਿਨਾਰ ਕੀਤੀ ਗਈ ਸੀ। ਅੱਜ ਤੱਕ ਨਹੀਂ ਮਿਲੀ ਉਹ ਪਰਮਿਸ਼ਨ? ਨਾ, ਅਜੇ ਤੱਕ ਨਹੀਂ ਮਿਲੀ ਪਰਮਿਸ਼ਨ ਉਹਨਾਂ ਨੂੰ। ਇੱਥੇ ਕਿੰਨੇ ਦਿਨ ਰੁਕੇ ਸੀ? ਇਸੇ ਜਗ੍ਹਾ ਟੈਂਟ ਲੱਗਾ ਸੀ ਸਾਰਾ ਕੁਝ? ਤਕਰੀਬਨ 3 ਤੋਂ 4 ਦਿਨ ਉਹਨਾਂ ਨੇ ਇੱਥੇ ਸਟੇ ਕੀਤਾ ਸੀ। ਸੜਕਾਂ ਤੇ ਰਹੇ ਸਾਂ, ਅਸੀਂ ਵੀ ਉਹਨਾਂ ਨਾਲ ਹੀ ਸਾਂ। ਉਸ ਜਿਹੜੇ ਡੈਪੂਟੇਸ਼ਨ ਜੋ ਉਹਨਾਂ ਦਾ ਪ੍ਰੋਟੈਸਟ ਉਹਦੇ ਵਿੱਚ ਅਸੀਂ ਸ਼ਾਮਲ ਰਹੇ ਸਾਂ। ਪਰ ਆਖਰ ਵਿੱਚ ਜਦੋਂ ਜੁਡੀਸ਼ਰੀ ਵਿੱਚ ਕੇਸ ਚਲਾ ਗਿਆ ਸੀ ਤੇ ਉਹਨਾਂ ਨੇ ਇਸ ਚੀਜ਼ ਨੂੰ ਕਿਹਾ ਸੀ ਕਿ ਅਸੀਂ ਜੁਡੀਸ਼ਰੀ ਰਾਹੀਂ ਅਗਰ ਐਂਟਰੀ ਕਰਾਂਗੇ ਤਾਂ ਜੁਡੀਸ਼ਰੀ ਰਾਹੀਂ ਐਂਟਰੀ ਕਰਾਂਗੇ। ਜੀ ਲਖਨਪੁਰ ਦੀ ਉਹੀ ਇਹ ਜਗ੍ਹਾ ਹੈ JNK ਦੇ ਬਾਰਡਰ ਲਖਨਪੁਰ ਦੀ, ਜਿੱਥੋਂ ਪੰਜਾਬ ਤੇ JNK ਦੀ ਸਰਹੱਦ ਸ਼ੁਰੂ ਹੁੰਦੀ ਹੈ ਤੇ ਮਹਾਰਾਜਾ ਗੁਲਾਬ ਸਿੰਘ ਜਿਹੜੇ ਇੱਥੋਂ ਦੇ ਫਾਊਂਡਰ ਨੇ, ਸੋ ਉਹਨਾਂ ਦੇ ਇਸੇ ਹੀ ਬੁੱਤ ਦੇ ਸਾਹਮਣੇ ਇਸੇ ਹੀ ਜਗ੍ਹਾ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਬਹਿਣਾ ਪੈ ਗਿਆ ਸੀ ਜੰਮੂ ਕਸ਼ਮੀਰ ਦੀ ਸਰਕਾਰ। ਅੱਛਾ, ਇਹਦੀ ਜਿਹੜੀ ਪਰਮਿਸ਼ਨ ਰਾਹੁਲ ਗਾਂਧੀ ਹੁਣ ਆ ਰਹੇ ਨੇ, ਪਰਮਿਸ਼ਨ ਇਹਨਾਂ ਨੂੰ ਕਿਹਨੇ ਦਿੱਤੀ? ਦੇਖੋ ਸਰਕਾਰਾਂ ਵੀ ਉਹੀ ਹਨ, ਐਡਮਿਨਿਸਟ੍ਰੇਸ਼ਨ ਵੀ ਤੁਹਾਡੀ ਗੱਲ ਉਹੀ ਹਨ। ਸਿਰਫ ਗੱਲ ਇਹ ਸੀ ਕਿ ਸ਼ਾਇਦ ਉਹ ਮਾਈਨੋਰਟੀ ਸੀ, ਸਨ ਇੱਕ MP ਸਨ, ਇੱਕ ਮਾਈਨੋਰਟੀ ਸਨ। ਉਹਨਾਂ ਨੂੰ ਸ਼ਾਇਦ ਲੱਗਿਆ ਕਿ ਇਹਨਾਂ ਦੇ ਜਾਣ ਨਾਲ ਸ਼ਾਇਦ ਲੋਕ ਥੋੜ੍ਹੇ ਜੁੜਨਗੇ, ਜਾਂ ਉਹਨਾਂ ਦਾ ਇੱਕ ਜੋ ਪੈਗਾਮ ਸੀ, ਜੋ ਇਹਨਾਂ ਦੀ ਨਕਾਬਪੋਸ਼ ਇਹਨਾਂ ਨੇ ਇੱਕ ਪਰਤ ਬਣਾਈ ਹੋਈ ਸੀ ਕਿ ਉਹ ਸ਼ਾਇਦ ਸਾਡੀ BJP ਦੀ ਉਹ ਬਾਹਰ ਨਿਕਲ ਜਾਵੇ। ਅੱਜ ਰਾਹੁਲ ਗਾਂਧੀ ਆ ਰਹੇ ਨੇ, ਅਸੀਂ ਵੈਲਕਮ ਕਰਦੇ ਹਾਂ ਆਪਣੀ ਪੀਪਲ ਯੂਨਾਈਟਿਡ ਫਰੰਟ ਤੋਂ। ਅਤੇ ਸਾਡਾ ਇਹ ਮਕਸਦ ਹੈ ਕਿ ਇਹ ਇੱਕ ਦੇਸ਼ ਹੈ। ਅਗਰ ਇੱਕ ਸੰਵਿਧਾਨ, ਇੱਕ ਤੁਸੀਂ ਵਿਧਾਨ, ਇੱਕ ਤੁਸੀਂ ਨਿਸ਼ਾਨ ਕਹਿੰਦੇ ਹੋ, ਅਤੇ ਉਹਦੇ ਵਿੱਚ ਅਗਰ ਮੈਂ ਕੰਨਿਆ ਕੁਮਾਰੀ ਜਾ ਰਿਹਾ, ਮੈਂ ਕਿੱਧਰ ਵੀ ਜਾ ਰਿਹਾ, ਤਾਂ ਮੈਨੂੰ ਕੋਈ ਰੋਕਣਾ ਲੈਣ ਦੇ। ਉਹਨਾਂ ਨੂੰ ਅਗਰ ਕੋਈ ਆ ਰਿਹਾ ਤਾਂ ਉਹਨੂੰ ਆਪਣੇ ਦੇਸ਼ ਦੀ ਆਉਣ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ। ਪ੍ਰਸ਼ਾਸਨ ਪੱਬਾਂ ਭਾਰ ਹੈ, ਪੂਰੀਆਂ ਫੁੱਲ ਤਿਆਰੀਆਂ ਨੇ ਔਰ ਇਸੇ ਹੀ ਜਗ੍ਹਾ ਦੇ ਉੱਤੇ ਪਾਣੀ ਵਾਲੀਆਂ ਤੋਪਾਂ ਔਰ ਇੱਥੇ ਕੰਟੀਲੀਆਂ ਤਾਰਾਂ ਤੇ ਬੈਰੀਕੇਡਿੰਗ ਲਗਾ ਦਿੱਤੀ ਸੀ ਸਿਮਰਨਜੀਤ ਸਿੰਘ ਮਾਨ ਦੇ ਵੇਲੇ। ਮੈਨੂੰ ਇਹ ਨਹੀਂ ਸਮਝ ਆ ਰਹੀ ਹੈ ਦੋਹਰੇ ਮਾਪਦੰਡ ਕਿਉਂ? ਕਿ ਤੁਹਾਨੂੰ ਜਿਹੜੀ ਸਿੱਖਾਂ ਦੀ ਜਿਹੜੀ ਗਿਣਤੀ ਹੈ, ਤੁਹਾਡੀ ਕੋਈ ਗਿਣਤੀ 'ਚ ਤੁਹਾਨੂੰ ਗਿਣਦੇ ਹੀ ਨਹੀਂ, ਤੁਹਾਨੂੰ ਮੰਨਦੀ ਹੀ ਨਹੀਂ ਕੋਈ ਸਰਕਾਰ, ਖਾਸ ਕਰਕੇ BJP ਦਾ ਜ਼ਿਕਰ ਕਰੇ। ਦੇਖੋ ਲੱਗਦਾ ਤਾਂ ਇਸ ਤਰ੍ਹਾਂ ਹੀ ਹੈ, ਕਿਉਂਕਿ ਜਦੋਂ ਅਸੀਂ ਉਧਰ ਬੈਠੇ ਸਾਂ ਪ੍ਰੋਟੈਸਟ ਵਿੱਚ ਤਾਂ ਇਹਨਾਂ ਨੇ ਬਖਤਰਬੰਦ ਗੱਡੀਆਂ ਵੀ ਲਾ ਦਿੱਤੀਆਂ ਸਨ
ਤੇ ਇੱਕ ਦੋਹਰਾ ਜੋ ਚਰਿੱਤਰ ਸੀ ਉਹ ਬੀਜੇਪੀ ਦਾ ਤਾਂ ਸ਼ੁਰੂ ਤੋਂ ਹੀ ਰਿਹਾ, ਆਈਡੀਓਲੋਜੀ ਉਹਨਾਂ ਦੀ ਸ਼ੁਰੂ ਤੋਂ ਹੀ ਰਹੀ ਹੈ। ਤੇ ਸਿਰਫ ਇਹ ਹੈ ਕਿ ਅਸੀਂ, ਸਾਡਾ ਕਹਿਣ ਦਾ ਮਕਸਦ ਇਹ ਕਿ ਅਸੀਂ ਅੱਜ ਇੱਥੇ ਆਏ ਹਾਂ, ਅਸੀਂ ਵੈਲਕਮ ਕਰੀਏ। ਅਗਰ ਕੋਈ ਪਿਆਰ ਮੁਹੱਬਤ ਦਾ ਸੰਦੇਸ਼ ਲੈ ਕੇ ਆ ਰਿਹਾ ਹੈ, ਉਹ ਹਰ ਨਫ਼ਰਤ ਖਤਮ ਕਰ ਰਿਹਾ। ਕਿ ਜੰਮੂ ਕਸ਼ਮੀਰ ਦਾ ਤੇ ਅੱਜ ਤਾਂ ਤੁਸੀਂ ਦੇਖ ਲਓ ਕਿ ਹਾਲਤ ਬੜੀ ਬੁਰੀ ਹੈ। ਜਿਸ ਤਰ੍ਹਾਂ ਮੇਰੇ ਵੀਰ ਅਮਰੀਸ਼ ਜਸੋਟੀਆ ਨੇ ਦੱਸਿਆ ਕਿ ਹਾਲਾਤ ਜੰਮੂ ਕਸ਼ਮੀਰ ਦੇ ਕਿ ਅੱਜ PhD ਹੋਲਡਰ ਵੀ ਸੜਕਾਂ ਤੇ ਧੱਕੇ ਖਾ ਰਿਹਾ ਹੈ। ਕਸ਼ਮੀਰੀ ਐਸਪੀਰੈਂਟ ਜੋ ਅੱਜ ਨੌਕਰੀਆਂ ਕਰ ਰਹੇ ਨੇ, ਅੱਜ ਉਹ ਵੀ ਕਹਿ ਰਹੇ ਨੇ ਕਿ ਅਸੀਂ ਸ੍ਰੀਨਗਰ ਦੀ ਨੌਕਰੀ ਨਹੀਂ ਕਰਾਂਗੇ। ਇੱਕ ਮਾਹੌਲ ਖਰਾਬ ਹੋ ਚੁੱਕਿਆ ਹੈ। ਇਲੈਕਸ਼ਨ ਦਾ ਦੌਰ ਆਉਂਦਾ, ਚਾਹੇ ਹੁਣ 2024 ਦੀ ਹੈ ਤੇ ਜੇਕਰ ਉਸ ਤੋਂ ਪਹਿਲਾਂ ਕਿਤੇ ਇੱਥੇ ਵਿਧਾਨ ਸਭਾ ਇਲੈਕਸ਼ਨਾਂ ਹੋ ਜਾਂਦੀਆਂ ਨੇ ਤੇ ਉਸ ਤੋਂ ਪਹਿਲੇ ਜਦੋਂ ਬੀਜੇਪੀ ਤੁਹਾਡੇ ਕੋਲ ਵੋਟ ਮੰਗਣ ਆਏਗੀ, ਤੁਸੀਂ ਪਰਮਿਸ਼ਨ ਪੁੱਛੋਗੇ ਕਿ ਨਹੀਂ ਉਹਨਾਂ ਕੋਲ? ਅਸੀਂ ਤਾਂ ਜ਼ਰੂਰ ਪੁੱਛਾਂਗੇ। ਅਸੀਂ ਤੇ ਵੋਟ ਪਾਉਣ ਤੋਂ ਪਹਿਲੇ ਪੁੱਛਾਂਗੇ ਕਿ ਤੁਸੀਂ ਸਾਡੇ ਲਈ ਕੀਤਾ ਕੀ ਹੈ, ਸਾਡੇ ਨੌਜਵਾਨਾਂ ਲਈ ਕੀ ਕੀਤਾ, ਸਾਡੇ ਇੱਧਰ ਦੇ ਲੋਕਾਂ ਲਈ ਕੀ ਕੀਤਾ। ਅੱਜ ਅਸੀਂ ਕਠੂਆ ਦੀ ਗੱਲ ਕਰੀਏ, ਇੱਧਰ ਬੀਜੇਪੀ ਦੇ ਆਗੂ ਕਈ ਲੋਕ ਹਨ ਜੋ ਇਹਨਾਂ ਨੂੰ ਵੋਟਰਾਂ ਨੂੰ ਰਾਈਟ ਦਵਾ ਰਹੇ ਨੇ, ਬਾਹਰ ਲੋਕਾਂ ਨੂੰ ਰਾਈਟ ਦਵਾ ਰਹੇ ਨੇ। ਸਾਡਾ ਰਾਈਟ ਤਾਂ ਖਤਮ ਕਰ ਰਹੇ ਨੇ। ਅੱਜ ਲੈਂਡ ਦਾ ਇੱਕ ਆਰਡਰ ਕੱਢਿਆ ਕਿ ਜੋ ਲੋਕਾਂ ਨੇ 47 ਤੋਂ ਲੋਕ ਗਰੀਬ ਲੋਕ ਜੋ ਜ਼ਮੀਨਾਂ ਬਾਹਰ, ਅੱਜ ਉਹਨਾਂ ਨੂੰ ਉੱਥੋਂ ਬਾਹਰ ਕੀਤਾ ਜਾ ਰਿਹਾ, ਬਾਹਰ ਕੀਤਾ ਜਾ ਰਿਹਾ, मतलब उन्होंने बाहर किया जा रहा है। जी ये गल हो गई जी। बिल्कुल बिल्कुल ये सही, बिल्कुल दुरुस्त बात कही है कि जमीनों के अंदर से इनको ऑर्डर निकाला गया कि आप स्टेट लैंड को खाली कर दीजिए। स्टेट किसकी है? लोगों की है। स्टेट लैंड तो संभाली है ना हमारे लोगों ने। आपकी स्टेट लैंड की हिफाजत अगर लोगों ने 50 साल की है, उसने अगर अपना छोटा सा घर बना लिया है कुछ मरले में, तो आपने ऑर्डर निकाल दिया कि घर भी खाली कर दीजिए। इससे साफ दर्शाया जाता है कि गवर्नमेंट इज नॉट प्रो पीपल। ये किन्ने ये ऑर्डर किन्ने जारी किया? ये सरकार द्वारा, एडमिनिस्ट्रेशन द्वारा जारी किया गया है। कदों होया ये? ये भी थोड़े कुछ दिन पहले की बात है। इसका तो सुप्रीम कोर्ट में भी कॉग्निजेंस लिया जा रहा है इसका, भली भांति। और सारी जो पॉलिटिकल जमातें हैं अपोजिशन में से हो, उनने सबने विरोध किया है। हम भी इसका पुरजोर विरोध करते हैं, कंडेमन करते हैं ऐसे ऑर्डर। ਚਾਹੇ ਵਿਰੋਧ ਜਿੰਨਾ ਮਰਜ਼ੀ ਕਰੋ, ਪਰ ਉਹਨਾਂ ਦੇ ਮੂੰਹ ਦੇ ਵਿੱਚੋਂ ਕਹਿੰਦੇ ਆ ਨਿਕਲਿਆ ਸ਼ਬਦ ਤੇ ਕਮਾਨ ਚੋਂ ਛੱਡਿਆ ਤੀਰ, ਕਹਿੰਦੇ ਕਦੀ ਵਾਪਸ ਨਹੀਂ ਹੁੰਦਾ। वापस देख लिया था जब तीन काले कानून लाए थे किसानों के, जब लोगों ने संघर्ष किया था 1 साल तक, उस सड़कों पर डटे रहे थे, अपनी शहादतें दी थी वहाँ, और कानून वापस करने पड़े। ये है लोकतंत्र और ये है लोगों की ताकत। ऐसी सरकारें ऐसे काले कानून लाएंगी तो जम्मू कश्मीर भी प्रदर्शन करेगा, विरोध करेगा ऐसे कानून का। ਕਿਸ ਦਮ ਤੇ ਬੀਜੇਪੀ, ਮਤਲਬ ਉਹਨਾਂ ਦਾ ਬੀਜੇਪੀ ਦਾ ਆਧਾਰ ਵਾਕਿਆ ਹੀ ਇੰਨਾ ਜ਼ਬਰਦਸਤ ਹੈ ਜੰਮੂ ਕਸ਼ਮੀਰ 'ਚ, ਜਿਸ ਦਮ ਦੇ ਉੱਤੇ ਉਹ ਲੋਕ ਏਡੇ ਏਡੇ ਸਖਤ ਫੈਸਲੇ ਲੈ ਰਹੇ ਨੇ। देखिए, जम्मू कश्मीर को दुनिया का स्वर्ग माना जाता है। दुनिया के स्वर्ग में ये सोचते हैं अगर कि इनका माइंड सेट यही था कि 370 हटाएंगे, हम इनकी ज़मीनों पर कब्जा करेंगे, हम यहाँ के रिसोर्सेज को लूटेंगे। इसलिए आज की डेट में 50% सब्सिडी पर जंगलों को काट कर यहाँ इंडस्ट्रियलिस्टों को रेड कारपेट बिछाया है उनके लिए। उनको सौंप रहे हैं 50% सब्सिडी पर। सब्सिडी का पैसा किसका है? हम लोगों का पैसा है। ज़मीन हमारी है, लैंड हमारी है, पर्यावरण हमारा है, बिजली हमारी है, पर्यावरण हवा हमारी है, पानी हमारा है, और इंजॉय बाहर के लोग करेंगे। ਕਿਹੜੀ ਕਿਹੜੀ ਕਮਿਊਨਿਟੀ ਇਕੱਠੀ ਹੋ ਕੇ ਇਹਨਾਂ ਜੋ ਬੀਜੇਪੀ ਦੇ ਖਿਲਾਫ ਹੈ ਜੰਗ ਲੜਨ ਦੇ ਮੂਡ 'ਚ ਹੈ? ਕੌਣ ਕੌਣ ਹੈ ਇਕੱਠੇ ਹੋ ਕੇ ਇੱਕ ਸੁਰ 'ਚ? वही तबका जो शोषित तबका है, जो आज इनके शोषण का शिकार हो रहा है, वो इकट्ठा हो रहा है। और इकट्ठा होकर इनका सुपड़ा साफ आने वाले चुनाव में आप देखिएगा जम्मू कश्मीर। ਕਹਿੰਦੇ ਨੇ ਕਿ ਸੁਫੜਾ ਸਾਫ਼ ਹੋਣ ਦਾ ਚਾਂਸ। ਦੇਖੋ ਇਹ ਤਾਂ ਤੁਹਾਨੂੰ ਲੱਗ ਜਾਏਗਾ। ਇਲੈਕਸ਼ਨ ਨਹੀਂ ਕਰਾਉਣ ਦਾ ਕਾਰਨ ਜਿਹੜਾ ਹੈ ਉਹ ਅੱਜ ਇਹੀ ਹੈ ਕਿ ਅੱਜ ਬੀਜੇਪੀ ਨੂੰ ਡਰ ਹੈ ਕਿ ਅਸੀਂ ਅਗਰ ਪਿਛਲੀ ਵਾਰ 25 ਲਈਆਂ ਸਨ ਤੇ ਇਸ ਵਾਰ ਸਾਨੂੰ ਸ਼ਾਇਦ 5 ਵੀ ਨਾ ਮਿਲਣ। ਜੀ ਬਿਲਕੁਲ ਬਿਲਕੁਲ। ਸੋ ਆਖਰੀ ਦੇ ਵਿੱਚ ਮੈਨੂੰ ਇੰਨਾ ਜ਼ਰੂਰ ਦੱਸ ਦਿਓ, ਆਖਰੀ ਲਾਈਨਾਂ ਤੇ ਆਖਰੀ ਸ਼ਬਦ ਤੁਹਾਡੇ ਤੋਂ ਲੈ ਰਿਹਾ, J&K ਇਤਿਹਾਸ ਸਿਰਜੇਗਾ। ਪੰਜਾਬ ਦੇ ਵਿੱਚ ਕਿਸਾਨਾਂ ਨੇ ਤਾਂ ਸਿਰਜ ਕੇ ਰੱਖ ਦਿੱਤਾ ਸੀ, ਸਿੰਘੂ ਬਾਰਡਰ ਤੋਂ ਉੱਠੇ ਸੀ, ਲੰਬਾ ਸੰਘਰਸ਼ ਸੀ, ਹਰ ਕਹਿਰ ਹਰ ਉਹਨਾਂ ਨੇ ਜਿਹੜਾ ਸੀ ਨਾ, ਚਾਹੇ ਮੀਡੀਆ ਦਾ ਜ਼ਹਿਰ ਸੀ, ਹਰ ਚੀਜ਼ ਨੂੰ ਉਹਨਾਂ ਨੇ ਹੱਸ ਕੇ ਪੀ ਲਿਆ, ਕਹਿਰ ਨੂੰ ਹੱਸ ਕੇ ਚੱਲ ਰਿਹਾ। ਹੁਣ ਤੁਹਾਡੀ ਵਾਰੀ ਹੈ, ਕੀ ਕਰੋ? ਦੇਖੋ ਜਿਹੜਾ ਕਿਸਾਨ ਸੰਘਰਸ਼ ਉਹਦੇ ਜਿਹੜੇ ਸਾਡੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੇ, ਹਰ ਧਰਮ ਨੇ, ਹਿੰਦੂ ਮੁਸਲਿਮ ਸਿੱਖ ਈਸਾਈ ਨੇ ਉਸ ਜਿਹੜੇ ਮੋਰਚਾ ਸੀ ਉਹਦੇ ਵਿੱਚ ਆਪਣਾ ਸ਼ਮੂਲੀਅਤ ਕੀਤੀ ਸੀ। ਤੇ ਉਹਨਾਂ ਅਗਰ ਜੀਆਂ ਦੀ ਰਿਸੋਰਸਿਸ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੰਮੂ ਕਸ਼ਮੀਰ ਆਉਣੇ ਦਿਨਾਂ ਵਿੱਚ ਤੁਹਾਨੂੰ ਇੱਕ ਵੱਡਾ ਸੰਘਰਸ਼ ਇਸ ਸੜਕਾਂ ਪਰ, ਇਹ ਨਹੀਂ ਕਿ ਖਾਲੀ ਕਠੂਏ ਵਿੱਚ, ਉਹ ਲਦਾਖ ਤੋਂ ਲੈ ਕੇ ਆ, ਤੁਹਾਨੂੰ ਪਤਾ ਹੈ ਕਿ ਲਦਾਖ ਵਿੱਚ ਵੀ ਸਟੇਟਹੁੱਡ ਦੀ ਡਿਮਾਂਡ ਕੀਤੀ ਗਈ ਹੈ। ਅੱਜ ਉਹ ਯੂਟੀ ਤੋਂ ਵੀ ਦੁਖੀ ਹੋ ਗਏ ਨੇ, ਉਹਨਾਂ ਨੇ ਕਿਹਾ ਤਾਂ ਕਿ ਸਾਨੂੰ ਸਟੇਟ ਦਿੱਤੀ ਜਾਏ। ਅੱਜ ਜੰਮੂ ਕਸ਼ਮੀਰ ਵਿੱਚ ਵੀ ਜਲਦੀ ਤੋਂ ਜਲਦੀ ਤੁਹਾਨੂੰ ਇੱਕ ਅੱਛਾ ਸੰਘਰਸ਼ ਲੋਕਾਂ ਦੇ ਜੋ ਫੇਵਰ ਵਿੱਚ ਲਿੱਤਾ ਜਾਏਗਾ ਤੇ ਜਿਹੜਾ ਆਗਾਮੀ ਬੀਜੇਪੀ ਨੂੰ ਇਸ ਸਟੇਟ ਤੋਂ ਸ਼ਾਇਦ ਲਖਨਪੁਰ ਤੋਂ ਪਾਰ ਹੀ ਛੱਡਿਆ ਜਾਏ। ਕੋਈ ਆਖਰੀ ਇਸ਼ਾਰਾ ਤੁਸੀਂ ਕਰਨਾ ਚਾਹੋ ਆਪਣੀ ਆਵਾਮ ਨੂੰ? आवाम से यही इशारा है कि जो महाराजा हरि सिंह की रियासत थी, उस रियासत को रियासत का दर्जा दिलाने के लिए हम संघर्ष करेंगे।
महाराजा के जो यहाँ जो बच्चे रहते हैं वो आज जो सड़कों पर दरबदर हो रहे हैं उनके लिए आवाज़ उठाएंगे। और जम्मू कश्मीर का हर एक नौजवान किसी भी जाति से, किसी भी मज़हब से ताल्लुक़ रखता है, वो इकट्ठा होकर ऐसी डिवीज़न वाली सरकारों को यहाँ से ਭਗਤਾਂ ਨੂੰ ਕੀ ਸੰਦੇਸ਼ ਹੈ, ਭਗਤਾਂ ਨੂੰ ਕੀ ਕਹਿਣਾ? भक्तों को बोलें कि आप भक्ति करते रहिए, आपका जो मानसिक संतुलन है वो बिगड़ेगा दिन ब दिन, सुधरेगा नहीं। ਓਕੇ, बिल्कुल, ਇਲਾਜ ਕਿੱਥੋਂ ਹੋਏਗਾ? इलाज खुद करेंगे, लोग करेंगे। जब दौड़ा के भगाएंगे गलियों से, फिर इलाज खुद ब खुद हो जाएगा। ਜੀ ਸੋ ਜਿਹੜੀ ਜੰਮੂ ਕਸ਼ਮੀਰ ਦੀ ਆਵਾਮ ਹੈ ਉਹਨਾਂ ਨੇ ਰੋਗ ਵੀ ਦੱਸ ਦਿੱਤਾ ਤੇ ਰੋਗ ਦਾ ਵੈਦ ਵੀ ਦੱਸ ਦਿੱਤਾ ਕਿੱਥੇ ਹੈ ਤੇ ਇਲਾਜ ਵੀ ਦੱਸ ਦਿੱਤਾ ਕਿਵੇਂ ਹੋਏਗਾ। ਸੋ ਹੁਣ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਪੂਰਾ ਆਵਾਮ, ਚਾਹੇ ਉਹ ਘੱਟ ਗਿਣਤੀਆਂ ਵਾਲੇ ਨੇ ਉਹ ਹੋਣ ਤੇ ਚਾਹੇ ਫਿਰ ਮਹਾਰਾਜਾ ਹਰੀ ਸਿੰਘ ਦੇ ਵਾਰਿਸ ਹੋਣ, ਜਿਵੇਂ ਦਰਬਦਰ ਦੀਆਂ ਠੋਕਰਾਂ ਖਾ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਧੱਕੇਸ਼ਾਹੀ ਉਹ ਦੱਸ ਰਹੇ ਨੇ ਕਿ ਹੋ ਰਹੀ ਹੈ। ਔਰ ਇਹ ਜੋ ਚਮਦੀਆਂ ਚਲਾ ਰਹੇ ਨੇ ਹੁਕਮਰਾਨ, ਸੋ ਉਹਨਾਂ ਤੋਂ ਅੱਕੇ ਤੇ ਦੁਖੀ ਹੋਏ ਪਏ ਨੇ JNK ਦੇ ਜਿਹੜੀ ਜਨਤਾ ਹੈ, ਇੱਥੋਂ ਦੇ ਲੋਕ ਨੇ। ਔਰ ਰਾਹੁਲ ਗਾਂਧੀ ਦੀ ਆਉਣ ਵਾਲੀ ਯਾਤਰਾ ਇਹਨਾਂ ਦੇ ਲਈ ਅਸੀਂ ਕਹੀਏ ਤਾਂ ਇੱਕ ਵਰਦਾਨ ਸਾਬਤ ਹੋ ਸਕਦੀ ਹੈ। ਤਾਂ ਵੈਂਟੀਲੇਟਰ ਤੇ ਪਏ ਹੋਏ ਜੰਮੂ ਕਸ਼ਮੀਰ ਦੇ ਲਈ ਵਰਦਾਨ ਸਾਬਤ ਹੋਏਗੀ ਰਾਹੁਲ ਗਾਂਧੀ ਦੀ ਇਹ ਯਾਤਰਾ। ਇਹ ਦਾਅਵਾ ਮੰਨਣਾ ਹੈ ਔਰ ਲੋਕਾਂ 'ਚ ਭਾਰੀ ਉਤਸ਼ਾਹ। ਹੁਣ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅਸਰ ਜੰਮੂ ਕਸ਼ਮੀਰ 'ਚ ਕੈਸਾ ਦੇਖਣ ਨੂੰ ਮਿਲਦਾ, ਲੋਕ ਕਿੰਨੇ ਕੁ ਜੁੜਦੇ ਨੇ ਔਰ ਕਿੰਨੇ ਕੁ ਲੋਕ ਰਾਹੁਲ ਗਾਂਧੀ ਦੀ ਅਗਵਾਈ ਨੂੰ ਕਬੂਲ ਕਰਦੇ ਨੇ। ਵਿਕਟਰ ਅਕਸਰ ਦੀ ਆਵਾਜ਼, ਦਾ TV NRI।